ਹੈਲੋ एवरीवन ਵੈਲਕਮ ਬੈਕ ਟੂ ਸੁਖਸ਼ਮ ਮੈਮ ਕੀ ਕਲਾਸਿਸ ਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਪੀਐਸਸੀਬੀ ਟਰਮ ਸੈਕੰਡ ਦੀ ਵੀ ਤਿਆਰੀ ਕਰਾਏਗਾ ਡੇਲੀ ਅਸਾਈਨਮੈਂਟਸ ਭੇਜੇਗਾ ਤੁਸੀਂ ਵੇਖ ਸਕਦੇ ਹੋ ਕਲਾਸ 10ਵੀਂ ਦੀ ਸੋਸ਼ਲ ਸਟੱਡੀਜ਼ ਦੀ ਜੀਓਗ੍ਰਾਫੀ ਦੀ ਡੇਲੀ ਅਸਾਈਨਮੈਂਟ ਪੰਜਾਬੀ ਮੀਡੀਅਮ ਵਾਲੇ ਅੱਗੇ ਸਕਰੋਲ ਕਰ ਲੈਣ ਬਿਕੋਜ਼ ਪਹਿਲੇ ਮੈਂ ਇੰਗਲਿਸ਼ ਮੀਡੀਅਮ ਵਾਲੀ ਐਕਸਪਲੇਨ ਕਰਾਂਗੀ ਚੈਪਟਰ ਦਾ ਨਾਮ ਹੈ ਲੈਂਡ ਯੂਟਿਲਾਈਜੇਸ਼ਨ ਐਂਡ ਐਗਰੀਕਲਚਰ ਐਂਡ ਡੇਟ ਇਜ਼ 5th January 2022. Answer the following questions briefly. Question number 1. Why is agriculture known as basic mainstay of economic system? Now students they are asking कि खेती ਨੂੰ ਆਰਥਿਕ ਪ੍ਰਣਾਲੀ ਦਾ ਮੁੱਖ ਆਧਾਰ ਕਿਉਂ ਕਿਹਾ ਜਾਂਦਾ ਹੈ? And your answer is number 1. About 2/3 of the workers get employment from the agricultures. ਹੁਣ 2/3 ਜੋ workers ਹੁੰਦੇ ਨੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਐਗਰੀਕਲਚਰ ਸੈਕਟਰ ਤੋਂ Agriculture contributes a large share in gross national income. ਹੁਣ ਜੋ ਸਾਡੇ ਦੇਸ਼ ਦੀ gross national income ਜੋ ਹੁੰਦੀ ਹੈ ਕੁੱਲ ਰਾਸ਼ਟਰੀ ਆਮਦਨ ਜੋ ਹੁੰਦੀ ਹੈ ਉਹਦੇ ਵਿੱਚ ਖੇਤੀ ਬਹੁਤ ਵੱਡਾ ਹਿੱਸਾ ਪ੍ਰਾਪਤ ਕਰਦੀ ਹੈ ਜਾਂ ਉਹਨੂੰ ਬਹੁਤ ਹਿੱਸਾ ਸਰਕਾਰ ਨੂੰ ਮਿਲਦਾ ਹੈ ਇਹਦੇ ਵਿੱਚੋਂ Agriculture sector provides raw material to industries ਤੇ ਖੇਤੀ ਜੋ ਖੇਤਰ ਹੁੰਦਾ ਹੈ ਉਹ ਉਦਯੋਗਾਂ ਲਈ ਕੱਚਾ ਮਾਲ ਵੀ ਪ੍ਰੋਵਾਈਡ ਕਰਦਾ ਹੈ ਇੰਡਸਟਰੀਜ਼ ਨੂੰ ਠੀਕ ਹੈ ਨੈਕਸਟ What are the main features of green revolution? ਹੁਣ green revolution ਨੂੰ ਕਿਹਾ ਜਾਂਦਾ ਹੈ ਹਰੀ ਕ੍ਰਾਂਤੀ ਪੰਜਾਬੀ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਕਿ green revolution ਦੀਆਂ ਜੋ ਮੁੱਖ ਵਿਸ਼ੇਸ਼ਤਾਵਾਂ ਨੇ ਉਹ ਕੀ ਹਨ Number 1 the new techniques were used for more production ਹੁਣ green revolution ਦੇ ਆਉਣ ਨਾਲ ਨਵੀਂ ਤਕਨੀਕਾਂ ਆਈਆਂ ਜੋ ਖੇਤੀ ਕਰਨ ਦੇ ਉਹਨੇ ਨਈ ਟੈਕਨੀਕਸ ਦਿੱਤੀਆਂ ਤਾਂ ਕਿ ਹੋਰ ਪ੍ਰੋਡਕਸ਼ਨ ਕੀਤੀ ਜਾ ਸਕੇ Second is production was increased by using better quality seeds and chemical fertilizers. ਹੁਣ ਵਧੀਆ ਕਿਸਮਾਂ ਦੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ। Third, irrigation resources were used properly. ਸਿੰਚਾਈ ਦੇ ਸਾਧਨ ਦੀਆਂ ਕੀ ਹੋਇਆ ਉਹਨਾਂ ਦੀਆਂ ਸਹੀ ਤਰੀਕੇ ਨਾਲ ਵਰਤੋਂ ਹੋਣੀ ਸ਼ੁਰੂ ਹੋ ਗਈ। Third is which items are included in agriculture side? ਖੇਤੀ ਖੇਤਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਆਨਸਰ ਇਜ਼ ਫੂਡ ਕ੍ਰੌਪਸ ਐਂਡ ਕਮਰਸ਼ੀਅਲ ਕ੍ਰੌਪਸ ਐਨੀਮਲ ਹਸਬੈਂਡਰੀ ਹਾਰਟੀਕਲਚਰ ਐਂਡ ਫੋਰੈਸਟ ਐਟਸੈਟਰਾ ਪੰਜਾਬੀ ਚ ਤੁਸੀਂ ਕਹੋਗੇ ਇੱਕ ਹੁੰਦਾ ਹੈ ਫੂਡ ਕ੍ਰੌਪਸ ਮੀਨਸ ਅਨਾਜ ਫਸਲਾਂ ਕਮਰਸ਼ੀਅਲ ਮਤਲਬ ਕਿ ਜੋ ਤੁਸੀਂ ਵਪਾਰ ਲਈ ਕ੍ਰੌਪਸ ਉਗਾਉਂਦੇ ਹੋ ਨੈਕਸਟ ਇਜ਼ ਪਸ਼ੂ ਪਾਲਨ ਬਾਗਬਾਨੀ ਅਤੇ ਜੰਗਲ ਲਗਾਉਣ fourth what is the difference between milch cattle and working load animals ਮਤਲਬ ਇੱਥੇ ਪੁੱਛਿਆ ਜਾ ਰਿਹਾ ਹੈ ਕਿ ਦੁਧਾਰੀ ਮਤਲਬ ਕਿ ਜੋ ਦੁੱਧ ਦੇ ਸਕਦੇ ਨੇ ਪਸ਼ੂਆਂ ਦੇ ਵਿੱਚ ਤੇ ਜੋ ਤੁਹਾਡੇ ਉਹ ਪਸ਼ੂ ਜੋ ਭਾਰ ਢੋਂਦੇ ਨੇ ਉਹਨਾਂ ਵਿੱਚ ਕੀ ਡਿਫਰੈਂਸ ਹੈ milch cattle are the animals from which we get milk such as cow buffalo etc ਬਹੁਤ ਈਜ਼ੀ ਹੈ ਕਿ ਮਿਲਚ ਕਿਹੜੇ ਹੁੰਦੇ ਨੇ ਜੋ ਮਿਲਕ ਦਿੰਦੇ ਨੇ ਠੀਕ ਹੈ whereas Working load animals are those which help the farmers in heavy work like transportation and working in the fields such as auction etc. ਹੁਣ ਜਿਵੇਂ ਬੈਲ ਹੋ ਗਿਆ ਜੋ ਤੁਹਾਡੇ ਬੀਜਾਂ ਨੂੰ ਪਲੋ ਕਰਨ ਲਈ ਤੁਹਾਡੀ ਲੈਂਡ ਨੂੰ ਪਲੋ ਕਰਨ ਲਈ ਬੈਲ ਯੂਜ਼ ਕਰਦੇ ਨਾ ਅਸੀਂ ਤਾਂ ਜੋ ਐਨੀਮਲਸ ਹੈਵੀ ਵਰਕ ਕਰਨ ਲਈ ਯੂਜ਼ ਹੁੰਦੇ ਨੇ ਫਾਰਮਰਸ ਦੇ ਦੁਆਰਾ ਉਹਨਾਂ ਨੂੰ ਅਸੀਂ ਵਰਕਿੰਗ ਲੋਡ ਐਨੀਮਲਸ ਕਹਿੰਦੇ ਆ What is the difference between current fallow land and old fallow land? ਹੁਣ ਕਰੰਟ ਫੈਲੋ ਲੈਂਡ ਹੁੰਦੀ ਹੈ ਤੁਹਾਡੀ ਚਾਲੂ ਸਨਵੀ ਜ਼ਮੀਨ ਠੀਕ ਹੈ ਐਂਡ 올ਡ ਫੈਲੋ ਲੈਂਡ ਹੁੰਦੀ ਹੈ ਪੁਰਾਣੀ ਸਨਵੀ ਜ਼ਮੀਨ ਸੋ ਦੇ ਆਰ ਆਸਕਿੰਗ ਦ ਡਿਫਰੈਂਸ ਕੀ ਹੈ ਦ ਲੈਂਡ ਲੈਫਟ ਫੈਲੋ ਫॉर ਅ ਸੀਜ਼ਨ or two is called current fallow land whereas the land left fallow for more than a year is called old fallow land ਹੁਣ ਇੱਕ ਲੈਂਡ ਨੂੰ ਇੱਕ ਜਾਂ ਦੋ ਸੀਜ਼ਨਸ ਲਈ ਮੌਸਮਾਂ ਲਈ ਖਾਲੀ ਛੱਡ ਦਿੱਤਾ ਜਾਵੇ ਤਾਂ ਉਹਨੂੰ ਕਰੰਟ ਫੈਲੋ ਲੈਂਡ ਕਹਿੰਦੇ ਆ ਬਟ ਅਸੀਂ ਕਿਸੇ ਲੈਂਡ ਨੂੰ ਪੂਰੇ ਸਾਲ ਲਈ ਖਾਲੀ ਛੱਡ ਦਈਏ ਤਾਂ ਉਹਨੂੰ 올ਡ ਫੈਲੋ ਲੈਂਡ ਕਹਿੰਦੇ ਆ What climatic conditions are required for the wheat cultivation? ਹੁਣ ਗੇਹੂੰ ਨੂੰ ਉਗਾਉਣ ਲਈ ਕਿਹੋ ਜਿਹੀਆਂ climatic conditions ਚਾਹੀਦਾ ਹੈ ਕਿਹੋ ਜਿਹਾ ਮੌਸਮ ਚਾਹੀਦਾ ਹੈ ਆਨਸਰ First point is wheat requires cold and moist climate at the time of sowing and warm and dry climate at the time of ripening. ਹੁਣ ਉਹ ਕਹਿ ਰਹੇ ਨੇ ਜੋ ਵੀਟ ਹੁੰਦਾ ਹੈ ਜਦੋਂ ਉਹਨੂੰ ਤੁਸੀਂ ਸੋ ਕਰਨਾ ਉਹਦੇ ਜੋ ਬੀਜ ਬੋਨੇ ਨੇ ਤਦ ਦਾ ਟੈਂਪਰੇਚਰ ਕੋਲਡ ਤੇ ਮੋਇਸਟ ਹੋਣਾ ਚਾਹੀਦਾ ਹੈ ਜਦੋਂ ਉਹਨੂੰ ਕੱਟਣਾ ਹੈ ਤਦ ਉਹ ਵਾਰਮ ਤੇ ਡਰਾਈ ਹੋਣਾ ਚਾਹੀਦਾ ਹੈ ਗਰਮ ਤੇ ਸੁੱਕਾ ਹੋਣਾ ਚਾਹੀਦਾ ਹੈ
Second, between 50 to 75 centimeter of rainfall is favorable for this crop. ਹੁਣ ਪਾਣੀ ਕਿੰਨਾ ਚਾਹੀਦਾ ਹੈ? 50 ਤੋਂ 75 ਸੈਂਟੀਮੀਟਰ ਪਾਣੀ ਹੋਣਾ, ਰੇਨਫॉल ਹੋਣੀ ਚਾਹੀਦੀ ਹੈ, ਬਾਰਿਸ਼ ਹੋਣੀ ਚਾਹੀਦੀ ਹੈ। Land should be plain for cultivation. ਪਹਿਲੇ land ਨੂੰ plain ਕਰਨਾ ਚਾਹੀਦਾ ਹੈ ਜਾਂ plain land ਹੋਣੀ ਚਾਹੀਦੀ ਹੈ cultivation ਲਈ। And Rabi season is the best for the wheat crops. ਹੁਣ ਇਸ wheat crop ਲਈ ਸਭ ਤੋਂ best season ਕਿਹੜਾ ਹੈ? Rabi season. Name the main paddy growing areas of our country. ਹੁਣ main areas ਕਿਹੜੇ ਨੇ ਜਿੱਥੇ paddy crops ਨੂੰ ਉਗਾਇਆ ਜਾਂਦਾ ਹੈ? Paddy ਮਤਲਬ ਹੁੰਦਾ ਹੈ ਤੁਹਾਡਾ ਝੋਨਾ ਪੈਦਾ ਕਰਨ ਵਾਲੀ, ਠੀਕ ਹੈ। ਹੁਣ ਕਿਹੜੇ ਨੇ ਮੁੱਖ ਖੇਤਰ? Main areas ਕਿਹੜੇ ਨੇ? The east and west coastal plains, deltic regions, lower hills and plains of northern East India, Himalayan foothills of West Bengal, Bihar, eastern Uttar Pradesh, eastern Madhya Pradesh, Chhattisgarh, northern Andhra Pradesh and Odisha are the main paddy growing areas. Discuss the required condition for the production of sugarcane. ਹੁਣ ਗੰਨੇ ਦੀ ਖੇਤੀ ਲਈ production ਲਈ ਕਿਹੜੇ conditions favorable ਨੇ, required ਨੇ? There should be well drained fertile soil for the crop of ਤੁਹਾਡੇ sugarcane. ਹੁਣ sugarcane ਦੀ ਫਸਲ ਦੇ ਲਈ ਜੋ ਤੁਹਾਡਾ ਜੋ ਹੋਣਾ ਚਾਹੀਦੀ ਮਿੱਟੀ ਹੋਣੀ ਚਾਹੀਦੀ ਉਪਜਾਊ ਹੋਣੀ ਚਾਹੀਦੀ ਹੈ। Hot and humid climate is favorable for its higher yielding. ਹੁਣ ਇਸ ਦੇ ਭਾਰੀ ਝਾੜ ਲਈ ਤੁਹਾਡਾ ਜੋ ਜਲਵਾਯੂ ਹੈ ਉਹ ਗਰਮ ਤੇ ਸਿੱਲਾ ਹੋਣਾ ਚਾਹੀਦਾ ਹੈ, ਹਿਊਮਿਡ ਹੋਣਾ ਚਾਹੀਦਾ ਹੈ। Rainfall should be 100 centimeter for production of this crop. ਤੇ ਜੋ ਬਾਰਿਸ਼ ਹੈ 100 centimeter ਤੱਕ ਹੋਣੀ ਚਾਹੀਦੀ ਹੈ। What are the main uses of forest? ਹੁਣ ਤੁਹਾਡੇ ਜੋ forest ਹੁੰਦੇ ਨੇ ਉਹਨਾਂ ਦੇ main uses ਕਿਹੜੇ ਨੇ? Forest play a very major role in maintaining the ecological balance. ਹੁਣ ecological balance ਨੂੰ maintain ਕਰਨ ਲਈ ਜੋ forest ਹੁੰਦੇ ਨੇ, ਜੰਗਲ ਹੁੰਦੇ ਨੇ, ਉਹ ਬਹੁਤ ਮੇਜਰ ਰੋਲ ਪਲੇ ਕਰਦੇ ਨੇ ਕੁਦਰਤੀ ਸੰਤੁਲਨ ਦੇ ਆ ਸਹੀ, ਠੀਕ ਹੈ। ਉਹਨੂੰ ਤੁਸੀਂ ਕਹਿੰਦੇ ਹੋ ਇਕੋਲੋਜਿਕ ਬੈਲੈਂਸ। ਫੋਰੈਸਟ ਆਰ ਐਨ ਇਕਨੋਮਿਕ ਰਿਸੋਰਸ। ਹੁਣ ਜੋ ਫੋਰੈਸਟ ਹੁੰਦੇ ਨੇ ਉਹ ਇੱਕ ਆਰਥਿਕ ਸਾਧਨ ਨੇ ਸਾਡਾ। ਥਰਡ, these provides us timber and fuel wood. ਹੁਣ ਇਸ ਤੋਂ ਤੁਹਾਨੂੰ ਕੀ ਮਿਲਦਾ ਹੈ? ਸਾਨੂੰ ਮਿਲਦਾ ਹੈ ਇਮਾਰਤੀ ਅਤੇ ਬਾਲਣ ਲਈ ਲੱਕੜੀ ਮਿਲਦੀ ਹੈ। Forests also provide us lac, resins, gums, coal, fuel woods, herbs, fooders and grasses. And last is why Indian agriculture is known as subsistence agriculture. Subsistence means nirbha kheti. Answer आएगा due to smaller and very small size of most of the land holdings, these are not economically viable and efficient. Small farmers work very hard but their net profit is very less. It is so because they have to hire tube wells for irrigation and other agriculture equipments from the big farmers and have to buy expensive chemical fertilizers and pesticides from the market. As a result, the actual saving of small farmer gets reduced. Due to these reasons, Indian agriculture have been regarded as subsistence agriculture. ਹੁਣ ਉਹ ਕੀ ਕਹਿ ਰਹੇ ਨੇ ਕਿ ਜ਼ਿਆਦਾ ਜੋ ਖੇਤ ਹੁੰਦੇ ਨੇ ਉਹ ਕੀ ਹੁੰਦੇ ਨੇ? ਉਹ ਹੁੰਦੇ ਨੇ ਤੁਹਾਡਾ ਜੋ ਤੁਸੀਂ ਵਰਡ ਲਿਖਿਆ ਹੈ ਲੈਂਡ ਹੋਲਡਿੰਗ, ਉਹਦਾ ਮਤਲਬ ਹੁੰਦਾ ਹੈ ਕਿ ਉਹ ਆਕਾਰ 'ਚ ਛੋਟੇ ਹੁੰਦੇ ਨੇ ਤੇ ਆਰਥਿਕ ਪੱਖ ਤੋਂ ਉਹ ਘੱਟ ਲਾਭ ਪ੍ਰਾਪਤ ਹੁੰਦਾ ਹੈ ਉਹ 'ਚੋਂ, ਠੀਕ ਹੈ। ਇਕਨੋਮਿਕਲੀ ਉਹ ਘੱਟ ਤੁਹਾਨੂੰ ਪ੍ਰੋਫਿਟ ਦਿੰਦੇ ਨੇ। ਜੋ ਛੋਟੇ ਕਿਸਾਨ ਹੁੰਦੇ ਨੇ ਉਹ ਕੀ ਕਰਦੇ ਨੇ? ਮਿਹਨਤ ਤੇ ਜ਼ਿਆਦਾ ਕਰਦੇ ਨੇ ਬਟ ਉਹਨਾਂ ਨੂੰ ਬਚਤ ਘੱਟ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਿੰਚਾਈ ਕਰਨ ਲਈ ਟਿਊਬਵੈਲ ਦਾ ਪਾਣੀ ਲੈਣਾ ਪੈਂਦਾ ਹੈ, ਕਦੀ ਕਦੀ ਰੇਨ ਪ੍ਰੋਪਰ ਨਹੀਂ ਹੁੰਦੀ ਹੈ ਤੇ ਉਹ ਇਕਵਿਪਮੈਂਟਸ ਕਿ ਜੋ ਉਹਨਾਂ ਨੂੰ ਔਜ਼ਾਰਾਂ ਦੀ ਲੋੜ ਹੁੰਦੀ ਹੈ, ਟਰੈਕਟਰ ਚਾਹੀਦੇ ਨੇ, ਉਹ ਵੀ ਉਹਨਾਂ ਨੂੰ ਬਿਗ ਫਾਰਮਰਸ ਤੋਂ ਰੈਂਟ ਤੇ ਲੈਣੇ ਪੈਂਦੇ ਨੇ, ਰੈਂਟ ਦੇਣਾ ਪੈਂਦਾ ਹੈ। ਉਹਨਾਂ ਨੂੰ ਕੈਮੀਕਲ ਫਰਟੀਲਾਈਜ਼ਰਸ ਬਾਏ ਕਰਨੇ ਪੈਂਦੇ ਨੇ ਮਾਰਕੀਟ ਤੋਂ ਜੋ ਮਹਿੰਗੇ ਹੁੰਦੇ ਨੇ। ਸੋ ਇਸ ਇਹ ਰੀਜ਼ਨ ਹੈ ਕਿ ਜੋ ਸਮਾਲ ਫਾਰਮਰ ਹੈ ਉਹਦੀ ਸੇਵਿੰਗ ਬਹੁਤ ਘੱਟ ਹੁੰਦੀ ਹੈ ਐਂਡ ਇਸੇ ਕਰਕੇ ਇੰਡੀਅਨ ਐਗਰੀਕਲਚਰ ਨੂੰ ਕੀ ਕਿਹਾ ਜਾਂਦਾ ਹੈ? ਸਬਸਿਸਟੈਂਸ ਐਗਰੀਕਲਚਰ। ਆਈ ਹੋਪ ਤੁਹਾਨੂੰ ਪੂਰਾ PDF ਕਲੀਅਰ ਹੋ ਚੁੱਕਿਆ ਹੋਏਗਾ। ਮੇਕ ਸ਼ੋਰ ਕਿ ਤੁਸੀਂ ਇਹਨੂੰ ਪ੍ਰੋਪਰਲੀ ਲਰਨ ਕਰੋ। ਹੁਣ ਮੈਂ ਵਧਾਂਗੀ ਪੰਜਾਬੀ ਮੀਡੀਅਮ ਵੱਲ। मैं खुद इंग्लिश मीडियम की स्टूडेंट रही हाँ, सो इट्स क्वाइट पॉसिबल कि मैं कुछ वर्ड्स गलत प्रोनाउंस करा, बट यू नो जे मैं अपने इंग्लिश मीडियम वाले बच्चों की हेल्प कर रही हाँ तो इट्स इंपॉर्टेंट कि मैं अपने पंजाबी मीडियम वालों की भी करा। सो लेट्स स्टार्ट। प्रश्न 1, खेती नूं आर्थिक प्रणाली का मुख्य आधार क्यों कहा जाता है? खेतीबाड़ी तो देश के लगभग 2/3 मजदूरों को रोजगार मिलता है। खेती तो कुल राष्ट्रीय आमदन का एक वड्डा हिस्सा प्राप्त होता है। खेती खेतर तो ਉਦਯੋਗਾਂ ਨੂੰ ਕੱਚਾ ਮਾਲ ਮਿਲਦਾ ਹੈ। ਕੁਐਸਚਨ ਸੈਕੰਡ, ਹਰੀ ਕ੍ਰਾਂਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ? ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਤੇ ਜ਼ੋਰ ਦਿੱਤਾ ਗਿਆ। ਵਧੀਆ ਕਿਸਮ ਦੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਉਤਪਾਦਨ ਵਿੱਚ ਵਾਧਾ ਕੀਤਾ ਗਿਆ।
ਸਿੰਚਾਈ ਦੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕੀਤੀ ਗਈ। ਖੇਤੀ ਖੇਤਰ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ? ਉੱਤਰ ਹੈ ਅਨਾਜ ਫਸਲਾਂ ਅਤੇ ਵਪਾਰਿਕ ਫਸਲਾਂ ਬੀਜਣਾ, ਪਸ਼ੂ ਪਾਲਣ, ਬਾਗਵਾਨੀ ਅਤੇ ਤੁਹਾਡਾ ਜੰਗਲ ਬਣਾਉਣਾ ਆਦਿ। ਦੁਧਾਰੂ ਪਸ਼ੂ ਤੇ ਭਾਰਵਾਹਕ ਪਸ਼ੂਆਂ ਵਿੱਚ ਕੀ ਅੰਤਰ ਹੈ? ਦੁਧਾਰੂ ਪਸ਼ੂ ਉਹ ਪਸ਼ੂ ਹੁੰਦੇ ਹਨ ਜਿਨ੍ਹਾਂ ਤੋਂ ਸਾਨੂੰ ਦੁੱਧ ਮਿਲਦਾ ਹੈ, ਜਿਵੇਂ ਗਾਂ, ਮੱਝ ਆਦਿ, ਜਦਕਿ ਭਾਰਵਾਹਕ ਪਸ਼ੂ ਉਹ ਹੁੰਦੇ ਨੇ ਜੋ ਭਾਰੇ ਕੰਮ ਜਿਵੇਂ ਆਵਾਜਾਈ ਅਤੇ ਖੇਤਾਂ ਵਿੱਚ ਕੰਮ ਕਰਨ ਵਿੱਚ ਕਿਸਾਨਾਂ ਦੀ ਸਹਾਇਤਾ ਕਰਦੇ ਹਨ, ਜਿਵੇਂ ਬਲਦ ਆਦਿ। ਪ੍ਰਸ਼ਨ 5 ਚਾਲੂ ਸਨਵੀ ਜ਼ਮੀਨ ਅਤੇ ਪੁਰਾਣੀ ਸਨਵੀ ਜ਼ਮੀਨ ਵਿੱਚ ਅੰਤਰ ਸਪਸ਼ਟ ਕਰੋ। ਅਜਿਹੀ ਜ਼ਮੀਨ ਜੋ ਕੇਵਲ 1 ਸਾਲ ਤੱਕ ਖਾਲੀ ਛੱਡੀ ਜਾਂਦੀ ਹੈ ਉਸ ਨੂੰ ਚਾਲੂ ਸਨਵੀ ਜ਼ਮੀਨ ਕਿਹਾ ਜਾਂਦਾ ਹੈ, ਜਦਕਿ 1 ਤੋਂ ਵੱਧ ਸਾਲਾਂ ਤੱਕ ਖਾਲੀ ਪਈ ਜ਼ਮੀਨ ਨੂੰ ਪੁਰਾਣੀ ਸਨਵੀ ਜ਼ਮੀਨ ਕਿਹਾ ਜਾਂਦਾ ਹੈ। ਕਣਕ ਦੀ ਫਸਲ ਪੈਦਾ ਕਰਨ ਲਈ ਢੁਕਵੀਆਂ ਜਲਵਾਯੂ ਹਾਲਾਤਾਂ ਦਾ ਵਰਣਨ ਕਰੋ। ਕਣਕ ਬੀਜਣ ਸਮੇਂ ਜਲਵਾਯੂ ਠੰਡੀ ਅਤੇ ਸੀਲੀ ਅਤੇ ਪੱਕਣ ਸਮੇਂ ਗਰਮ ਤੇ ਖੁਸ਼ਕ ਹੋਣੀ ਚਾਹੀਦੀ ਹੈ। ਵਰਖਾ 50 ਤੋਂ 75 ਸੈਂਟੀਮੀਟਰ ਤੱਕ ਹੋਣੀ ਚਾਹੀਦੀ ਹੈ। ਭੂਮੀ ਪੱਧਰੀ ਹੋਣੀ ਚਾਹੀਦੀ ਹੈ। ਹਾੜੀ ਦੀ ਰੁੱਤ ਕਣਕ ਦੀ ਫਸਲ ਲਈ ਉੱਤਮ ਹੈ। ਝੋਨਾ ਪੈਦਾ ਕਰਨ ਵਾਲੇ ਮੁੱਖ ਖੇਤਰਾਂ ਦਾ ਨਾਮ ਲਿਖੋ। ਦੇਸ਼ ਦੀ ਪੂਰਬੀ ਅਤੇ ਪੱਛਮੀ ਤਟੀ ਮੈਦਾਨ, ਡੈਲਟਾਈ ਖੇਤਰ, ਉੱਤਰ ਪੂਰਬੀ ਭਾਰਤ ਦੇ ਮੈਦਾਨ ਅਤੇ ਹੇਠਲੀਆਂ ਪਹਾੜੀਆਂ, ਪੱਛਮੀ ਬੰਗਾਲ, ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਦੀ ਛੱਤੀਸਗੜ੍ਹ, ਉੱਤਰੀ ਤੁਹਾਡਾ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਖੇਤਰ ਝੋਨਾ ਪੈਦਾ ਕਰਨ ਲਈ ਪ੍ਰਮੁੱਖ ਹਨ। ਗੰਨਾ ਪੈਦਾ ਕਰਨ ਲਈ ਢੁਕਵੀਆਂ ਹਾਲਾਤਾਂ ਦਾ ਵਰਣਨ ਕਰੋ। ਗੰਨੇ ਦੀ ਫਸਲ ਲਈ ਉਪਜਾਊ ਮਿੱਟੀ ਜ਼ਰੂਰੀ ਹੈ। ਇਸਦੇ ਭਾਰੀ ਝਾੜ ਲਈ ਜਲਵਾਯੂ ਗਰਮ ਤੇ ਸਿੱਲੀ ਹੋਣੀ ਚਾਹੀਦੀ ਹੈ ਤੇ ਵਰਖਾ 100 ਸੈਂਟੀਮੀਟਰ ਹੋਣੀ ਚਾਹੀਦੀ ਹੈ। ਜੰਗਲਾਂ ਦੇ ਮੁੱਖ ਲਾਭ ਕੀ ਹਨ? ਕੁਦਰਤੀ ਸੰਤੁਲਨ ਨੂੰ ਕਾਇਮ ਰੱਖਣ ਲਈ ਜੰਗਲਾਂ ਦਾ ਤੁਹਾਡਾ ਯੋਗਦਾਨ ਬਹੁਤ ਜ਼ਿਆਦਾ ਹੈ। ਦੂਸਰਾ, ਜੰਗਲ ਇੱਕ ਆਰਥਿਕ ਸਾਧਨ ਹਨ। ਥਰਡ, ਇਹਨਾਂ ਤੋਂ ਇਮਾਰਤੀ ਅਤੇ ਬਾਲਣ ਲਈ ਲੱਕੜੀ ਮਿਲਦੀ ਹੈ। ਫੋਰਥ, ਵਨਾਂ ਤੋਂ ਲਾਖ, ਬੈਠ, ਲੁਗਦੀ, ਕੱਚਾ ਕੋਇਲਾ, ਬਾਲਣ ਲਈ ਲੱਕੜੀ, ਤੁਹਾਡਾ ਗੂੰਦ, ਝੜੀਆਂ ਬੂਟੀਆਂ, ਚਾਰਾ ਅਤੇ ਘਾਹ ਵੀ ਮਿਲਦਾ ਹੈ। ਐਂਡ ਲਾਸਟ ਇਜ਼ ਭਾਰਤੀ ਖੇਤਰ ਨੂੰ ਨਿਰਬਾਹ ਖੇਤੀ ਕਿਉਂ ਕਹਿੰਦੇ ਹਨ? ਜ਼ਿਆਦਾਤਰ ਖੇਤਾਂ ਦਾ ਆਕਾਰ ਛੋਟਾ ਹੋਣ ਕਰਕੇ ਆਰਥਿਕ ਪੱਖ ਤੋਂ ਘੱਟ ਲਾਭ ਪ੍ਰਾਪਤ ਹੁੰਦਾ ਹੈ। ਛੋਟੇ ਕਿਸਾਨ ਆਪਣੇ ਖੇਤਾਂ ਵਿੱਚ ਮਿਹਨਤ ਤਾਂ ਜ਼ਿਆਦਾ ਕਰਦੇ ਹਨ, ਪਰ ਉਹਨਾਂ ਨੂੰ ਬਚਤ ਘੱਟ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਿੰਚਾਈ ਲਈ ਟਿਊਬਵੈੱਲਾਂ ਦਾ ਪਾਣੀ ਤੇ ਖੇਤੀ ਦੇ ਵੱਡੇ ਸੰਦ ਕਿਸਾਨਾਂ ਤੋਂ ਕਿਰਾਏ ਤੇ ਲੈਣੇ ਪੈਂਦੇ ਹਨ। ਮਹਿੰਗੀਆਂ ਰਸਾਇਣਿਕ ਖਾਦਾਂ ਤੇ ਕੀੜੇਮਾਰ ਦਵਾਈਆਂ ਵੀ ਬਾਜ਼ਾਰ ਤੋਂ ਖਰੀਦਣੀਆਂ ਪੈਂਦੀਆਂ ਹਨ। ਇਸ ਕਰਕੇ ਇਸ ਸਭ ਕੁਝ ਨੂੰ ਜੋੜ ਕੇ ਅੰਤ ਵਿੱਚ ਬਚਤ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਭਾਰਤੀ ਖੇਤੀ ਨੂੰ ਨਿਰਬਾਹ ਖੇਤੀ ਦਾ ਦਰਜਾ ਦਿੱਤਾ ਗਿਆ ਹੈ। ਇਹਦੇ ਨਾਲ ਸਾਡਾ ਪੰਜਾਬੀ ਦਾ ਵੀ PDF ਮਤਲਬ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਸੁਖਸ਼ਮ ਮੈਮ ਕੀ ਕਲਾਸਿਸ।